पावरफुल हुई है। बाबा जी हाँ जी राधा स्वामी मेरे भी गुरु आई है। हाँ जी चलो और तुम सारे पढ़ती हो? हाँ जी पक्का? हाँ जी कुछ बनना है ना? हाँ जी शाबाश। ਇਹਨਾਂ ਨੂੰ ਜੀ 20 ਕਿੱਲੇ ਦੇ ਮਾਲਕ ਸੀਗੇ ਜੀ ਇਹ ਤੇ ਦੋਨੇ ਬੇਟੀਆਂ ਨੇ ਇਹਨਾਂ ਨੂੰ ਘਰੋਂ ਕੱਢਤਾ। बेटियां ने घरों कटता? ਬਸ ਬੇਟੀਆਂ ਗਾਂ ਵਿਆਹਤੀਆਂ ਜੀ ਇਹਨਾਂ ਨੇ, ਬਹੁਤ ਬੁਰਾ ਹਾਲ ਆ ਜੀ। बेटा कोई नहीं? माता जी रोना ना, रोना क्यों? ना ही रोना। देखो आज वुमेन्स डे है, ਤੁਹਾਨੂੰ ਪਤਾ ਲੱਗ ਰਿਹਾ ਵੂਮਨ ਕਿੰਨੀ ਕੋ ਇੰਪਾਵਰ ਹੈ। ਇਹ ਵੂਮਨ ਇੰਪਾਵਰਮੈਂਟ ਹੈ। ਇਹ ਦੇਖੋ ਸਾਡੀ ਔਰਤ ਅੱਜ ਵੀ ਕੋਈ ਹੈ ਕਿ ਸਿਰਫ ਟੈਗ ਲਾਈਨ ਹੈ ਨਾ ਰੋ। ਤੁਸੀਂ ਕੰਪਲੇਂਟ ਲੈ ਆਇਓ ਲਿਖ ਕੇ? ਕੁਝ ਨਹੀਂ ਹੈ ਮੇਰੇ ਕਾਕੇ ਤੋਂ ਕੁਝ ਨਹੀਂ। ਕੋਈ ਗੱਲ ਨਹੀਂ ਜੀ, ਤੁਸੀਂ ਮੈਨੂੰ ਦਿਓ, ਮੈਂ ਤੁਹਾਡੇ ਕੇਸ ਦੀ ਪੈਰਵਾਈ ਕਰਾਂਗੀ। ਠੀਕ ਹੈ ਰੋਣਾ ਨਹੀਂ, ਰੋਣਾ ਨਹੀਂ। ਭਰੋਸਾ ਹੈ ਨਾ ਹੱਲੇ? मिलेगा मिलेगा। सिर्फ दो बेटियां ही ने? ਦੋ ਬੇਟੀਆਂ ਕਵਾ ਕਵਾ ਬਹੁਤ ਪਰਉਣਾ ਬੋਲਦਾ ਸੀ। ਘਰੋਂ ਵੀ ਮੈਨੂੰ ਕੱਢਣ ਨੂੰ ਤਿਆਰ ਆ। ਮੇਰੇ ਤੇ ਕੇਸ ਲਾਤਾ ਕਰਤਾ। कोर्ट च केस लाया? ਹਾਂਜੀ ਤੁਸੀਂ ਆਪਣੇ ਵਕੀਲ ਦਾ ਨੰਬਰ ਨਾਲ ਲਿਖ ਕੇ ਦੇਣਾ। ਇਹ ਮੈਂ ਤੁਹਾਡੇ ਐਡਵੋਕੇਟ ਨਾਲ ਗੱਲ ਕਰਾਂਗੀ, ਦੇਖਾਂਗੀ ਤੁਹਾਡੇ ਕੇਸ ਦਾ ਕੀ ਸਟੇਟਸ ਹੈ। ਕੋਰਟ ਦੇ ਮਾਮਲਿਆਂ 'ਚ ਨਾ ਸਾਡੀ ਇੱਕ ਬਾਉਂਡਰੀ ਹੈ ਕਿ ਅਸੀਂ ਇੰਟਰਫੇਰੈਂਸ ਨਹੀਂ ਕਰ ਸਕਦੇ। ਵਕੀਲ ਸੱਦਦਾ ਹੀ ਨਹੀਂ ਮੈਨੂੰ। ਹਾਂ ਤੇ ਉਹ ਅਸੀਂ ਆਪਾਂ ਕਹਿੰਦਾ ਤੈਨੂੰ ਲੋੜ ਪਊ ਤੇ ਮੈਂ ਸੱਦੂਗਾ। ਉਹ ਅਸੀਂ ਦੇਖਾਂਗੇ। ਚਲੋ ਕੋਈ ਨਹੀਂ ਮਾਤਾ ਜੀ, ਤੁਸੀਂ ਮੇਰੇ ਤੱਕ ਭੇਜੋ ਆਪਣੀ ਕੰਪਲੇਂਟ। ਪਲੀਜ਼ ਰੋਵੋ ਨਾ, ਨਾ ਰੋਵੋ। ਘਰ ਛੱਡਣਾ ਬਹੁਤ ਔਖਾ। ਨਹੀਂ ਤੁਹਾਨੂੰ ਨਹੀਂ ਛੱਡਣਾ ਪਏਗਾ, ਮੈਂ ਤੁਹਾਨੂੰ ਵਿਸ਼ਵਾਸ ਦਿਲਾਨੀ ਆ, ਨਹੀਂ ਛੱਡਣਾ ਪਏਗਾ। ਠੀਕ ਹੈ ਜਿਹੜੀਆਂ ਦੋਤੀਆਂ ਸੀ ਮੈਂ ਢਿੱਡ ਤੇ ਪਾ ਪਾਲੀਆਂ ਸੀਗੀਆਂ। ਮੈਨੂੰ ਮਿਲਣ ਦਾ ਵੀ ਮੈਨੂੰ ਰੱਖੀ ਦੀ ਤੈਦੀਆਂ ਕਦੇ ਵੀ ਫੋਟੋ ਮੈਂ ਉਹਦੇ ਢਿੱਡ ਨਾਲ ਲਾ ਕੇ ਰਾਤਾਂ ਨੂੰ ਕੱਢਦੀ ਆ। ਮੇਰੇ ਤੈਸੀਆਂ ਨਹੀਂ ਦੋਤੀਆਂ ਨੂੰ, ਮੇਰੀਆਂ ਬੱਚੀਆਂ ਨੂੰ। ਨਾ ਰੋਵੋ ਨਾ ਰੋਵੋ ਨਾ ਰੋਵੋ ਨਾ ਰੋਵੋ, ਮੈਂ ਤੁਹਾਡਾ ਸਾਥ ਦਾਂਗੀ। ਦੇਖੋ ਮੈਂ ਅੱਜ ਆਈ ਆ ਨਾ ਤੇ ਤੁਸੀਂ ਪਲੀਜ਼ ਚੁੱਪ ਹੋ ਜਾਓ। ਨਾ ਰੋਵੋ ਨਾ ਰੋਵੋ, ਮੈਂ ਤੁਹਾਡੀ ਹਿੰਮਤ। ਮੈਂ ਘਰੇ ਵੀ ਰੋਂਦੀ ਰਹਿੰਦੀ ਆ। ਮੈਨੂੰ ਕਹਿੰਦੇ ਭੂਆ ਤੂੰ ਕੀ ਗੱਲ ਹੋ ਗਈ, ਤੂੰ ਅੱਖਾਂ ਬੂਝ ਕੇ ਮੈਂ ਧੋ ਕੇ ਆ ਜੰਨੀ ਇਹਨਾਂ ਕੋਲੇ। ਚਲੋ ਤੁਸੀਂ ਵਿਸ਼ਵਾਸ ਰੱਖੋ, ਤੁਹਾਡਾ ਮੈਂ ਸਾਥ ਦਾਂਗੀ। ਨਹੀਂ ਰੋਣਾ ਨਹੀਂ ਰੋਣਾ, ਪਲੀਜ਼ ਨਾ ਰੋਵੋ ਨਾ ਰੋਵੋ ਨਾ ਰੋਵੋ। ਇਹ ਤੁਸੀਂ ਮੇਰੇ ਤੱਕ ਪਹੁੰਚਾਓ ਇਹਨਾਂ ਦੀ ਕੰਪਲੇਂਟ। ਤੁਸੀਂ ਆਪ ਨਹੀਂ ਆਣਾ, ਮੈਨੂੰ ਹੀ ਆਣਾ ਪਿਆ। ਮੈਂ ਦੁਬਾਰਾ ਤੁਹਾਡੇ ਤੱਕ ਆਵਾਂਗੀ, ਮੈਂ ਵਾਅਦਾ ਕਰਦੀ ਹਾਂ ਅੱਜ ਤੁਹਾਡੇ ਨਾਲ। ਮੈਮ ਮਸਲਾ ਕੀ ਹੈ ਮਨੀਸ਼ਾ ਮੈਮ, ਤੁਸੀਂ ਅੱਜ ਲੁਧਿਆਣੇ ਵਿਖੇ ਪਹੁੰਚੇ ਹੋ, ਮਾਤਾ ਜੀ ਤੁਹਾਨੂੰ ਮਿਲੇ ਔਰ ਅਕਸਰ ਇਹ ਦੇਖਿਆ ਜਾਂਦਾ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਖੁਦ ਆ ਕੇ ਤੁਹਾਡੇ ਕੋਲ ਆਏ, ਤੁਸੀਂ ਵੀ ਪਹੁੰਚ ਕਰਦੇ ਹੋ ਹਮੇਸ਼ਾ। ਦੇਖੋ ਅੱਜ ਵਿਮਨਸ ਡੇ ਤੇ ਮੈਂ ਦਿਖਾਣਾ ਚਾਹੁੰਦੀ ਸੀ ਕਿ ਐਕਚੁਅਲ ਵਿੱਚ ਜਿਹੜੀ ਇੱਕ ਟੈਗ ਲਾਈਨ ਬਣੀ ਹੋਈ ਹੈ ਕਿ ਵਿਮਨਸ ਡੇ। ਮੇਰਾ ਇਹ ਮੰਨਣਾ ਹੈ ਕਿ ਕੋਈ ਵਿਮਨਸ ਡੇ ਤੇ ਕੋਈ ਹੱਲੇ ਸਾਡੀ ਵਿਮਨ ਐਮਪਾਵਰ ਨਹੀਂ ਹੈਗੀ। ਇਹ ਦੇਖ ਲਓ ਅੱਜ ਇੱਕ ਮਾਂ ਰੋ ਰਹੀ ਹੈ, ਧੀਆਂ ਦੀ ਸਤਾਈ ਹੋਈ ਮਾਂ ਰੋ ਰਹੀ ਹੈ ਕਿ ਕਿਸ ਤਰ੍ਹਾਂ ਉਹਨੇ ਆਪਣੀ ਦੋਤੀਆਂ ਨੂੰ ਛਾਤੀ ਨਾਲ ਲਾ ਕੇ ਪਾਲਿਆ ਤੇ ਅੱਜ ਜਵਾਈ ਘਰੋਂ ਕੱਢਣ ਨੂੰ ਫਿਰਦੇ ਨੇ। ਇੱਕ ਮਾਂ ਰੋ ਰਹੀ ਹੈ ਅੱਜ। ਤੁਹਾਨੂੰ ਨਹੀਂ ਲੱਗਦਾ ਕਿ ਸਮਾਜ ਦਾ ਕਿਹੜਾ ਚਿਹਰਾ ਜਦੋਂ ਖੁਦ ਵੱਡੇ ਘਰੋਂ ਕੱਢਦਾ ਤੇ ਮੈਂ ਬਾਰ-ਬਾਰ ਕਹਿੰਦੀ ਆ ਕਿ ਜਦ ਤੱਕ ਔਰਤ ਦਾ सम्मान ਨਹੀਂ ਕਰੇਗੀ, ਇਹ ਬੰਦਿਆਂ ਦੇ ਸਿਰ ਠੀਕੜਾ ਫੋੜ ਦਿੱਤਾ ਜਾਂਦਾ ਹੈ ਕਿ ਮੈਨ ਡੋਮੀਨੇਟ ਸੁਸਾਇਟੀ ਹੈ। ਬਲਕਿ ਚੀਜ਼ਾਂ ਰਿਵਰਸ ਹੋ ਰਹੀਆਂ ਨੇ, ਆਦਮੀਆਂ ਨੂੰ ਹਰਾਸ ਕੀਤਾ ਜਾਂਦਾ ਹੈ। ਪਰ ਅੱਜ ਦੇਖੋ ਇੱਕ ਉਹ ਜਵਾਈ ਕਹਿ ਰਹੀ ਹੈ ਕਿ ਕੱਢਤਾ, ਧੀਆਂ ਮੈਨੂੰ ਪੁੱਛ ਨਹੀਂ ਰਹੀਆਂ, ਪ੍ਰਾਪਰਟੀ ਹੜਪ ਲਿੱਤੀ ਹੈ, ਕੋਰਟ ਵਿੱਚ ਵੀ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਇਸ ਮਾਤਾ ਦੀ ਢਾਲ ਬਣਾਂਗੇ। ਮੈਂ ਵਾਅਦਾ ਕਰਦੀ ਹਾਂ ਮੈਂ ਇਹਨਾਂ ਦੇ ਐਡਵੋਕੇਟ ਨਾਲ ਗੱਲ ਕਰਾਂਗੀ, ਪੁੱਛਾਂਗੀ ਕੇਸ ਵਿੱਚ ਕੀ ਸਟੇਟਸ ਹੈ, ਜ਼ਰੂਰਤ ਪਈ ਇਹਨਾਂ ਨੂੰ ਲੀਗਲ ਹੈਲਪ ਪੂਰੀ ਦਿੱਤੀ ਜਾਏਗੀ। ਅਸੀਂ ਮਾਤਾ ਜੀ ਨਾਲ ਵਾਅਦਾ ਕਰਨੇ ਆ। ਜਿਹੜੀ ਇੱਕ ਟੈਗ ਲਾਈਨ ਬਣੀ ਹੈ ਤੇ ਮੈਂ ਤੁਹਾਡਾ ਸਾਥ ਬਣਾਉਣਾ। ਮਾਤਾ ਜੀ ਵਾਹਿਗੁਰੂ ਅੱਗੇ ਹੱਥ ਜੋੜੀ ਦੇ ਨੇ, ਬੰਦੇ ਅੱਗੇ ਕੀ ਹੱਥ ਜੋੜਨੇ। ਤੁਸੀਂ ਰੋਣਾ ਨਹੀਂ, ਹੁਣ ਚੁੱਪ ਕਰ ਜਾਓ। ਇਹ ਦੇਖੋ ਅੱਜ ਕੋਈ ਬਹਾਨਾ ਮੈਨੂੰ ਲੈ ਕੇ ਆਇਆ ਹੈ ਤੇ ਤੁਸੀਂ ਆਪਣੇ ਆਂਸੂ ਪੂੰਝੋ, ਜਾਓ ਬੈਠੋ ਆਰਾਮ ਨਾਲ। ਤੁਸੀਂ ਮੇਰੇ ਤੱਕ ਇਹਨਾਂ ਦੀ ਕੰਪਲੇਂਟ ਪਹੁੰਚਾਓ। ਮਾਤਾ ਜੀ ਮਸਲਾ ਕਿਆ ਸੀਗਾ ਜਾਂ ਹੋਇਆ ਜਾਨਾ ਕੀ ਹੋ ਗਿਆ ਯਾਰ, ਤੁਸੀਂ ਕਾਲੇ ਕਿਉਂ ਬੈਠੇ? ਜਿਹੜੀ ਲੇਡੀ ਸੀਗੀ ਇਹ ਮੁੱਦੀ ਕਲਾ ਪਿੰਡ ਤੋਂ ਸੀਗੀ, ਬੱਦੀ ਇਹਦੇ ਬੇਟੀਆਂ ਪਿੰਡ ਲਾਈਆਂ 10 ਦਿਨ ਸਾਰੀ ਹਾਂਜੀ
टारगेट पे हो? पढ़ती कौन सी क्लास में? प्लस 2 में। क्या बनना है? डॉक्टर। अरे वाह, शाबाश। मन कुछ करता। मम्मी कौन है? साडी कुड़ी कहंदी मैं डॉक्टर बनना है। ਤੇ ਤੁਸੀਂ ਹੁਣ ਇਹਦੇ ਵਿੱਚ ਵਿਧਨ ਨਹੀਂ ਪਾਣਾ। ਠੀਕ ਹੈ ਜੀ, ਕੁੜੀ ਦੇ ਵਿਆਹ ਵਾਸਤੇ ਉਹਨੂੰ ਫੋਰਸ ਨਹੀਂ ਕਰਨਾ। ਠੀਕ ਹੈ ਜੀ, ਠੀਕ ਹੈ, ਉਹਨੂੰ ਪੜ੍ਹਾਈ ਕਰਨ ਦੇਣੀ ਹੈ। ਬੇਟਾ ਮਾਪਿਆਂ ਦਾ ਵਿਸ਼ਵਾਸ ਵੀ ਬਣਾ ਕੇ ਰੱਖਣਾ ਹੈ, ਵਿਸ਼ਵਾਸ ਵੀ ਨਹੀਂ ਤੋੜਨਾ। ਠੀਕ ਹੈ, ਸ਼ਾਬਾਸ਼। हेलो बेटा, तेरे कोल ही बैठ जा। कितना चिर होया चूड़ा पाया होया? कितना चिर होया विआह नूं? तुसीं मदर हो? मम्मी हो अंदर? 1 महीना होया। ते आप क्यों पाया उन्हें? मैं खिज कर ਕਰੇ ਜਈ ਸੀ ਤੁਸੀਂ ਦੇਖਿਆ ਸੀ ਬੇਟਾ? ਕਿੰਨਾ ਪੜ੍ਹੀ ਹੋਈ ਬੇਟਾ? ਪਲੱਸ 2। ਮੰਮੀ ਡੈਡੀ ਨੇ ਹੀ ਰਿਸ਼ਤਾ ਲੱਭਿਆ ਸੀ? ਹਾਂਜੀ ਹਾਂਜੀ ਹਾਂਜੀ। ਹਾਂਜੀ ਭੂਆ ਫੁੱਫੜ ਜੀ ਨੇ। ਹਾਂਜੀ ਅਸੀਂ ਸਾਡੇ ਕਿਹੜੇ ਪਿੰਡ ਦਾ ਮੁੰਡਾ? ਜੱਸੀਆਂ ਵਾ। ਕੀ ਗੱਲ ਹੋਈ ਸੀ? ਉਹਨੇ ਐਸਿਡ ਕਿਉਂ ਸੁੱਟਿਆ? ਮੈਂ ਉਹਨੇ ਖਿਜ ਕੱਢੀ ਹੈ ਕਿ ਤੂੰ ਮੇਰੇ ਬਾਰੇ ਇਦਾਂ ਆਪਣੇ ਘਰਦਿਆਂ ਨੂੰ ਕਿਉਂ ਦੱਸਿਆ। ਜੇ ਮੈਂ ਕੋਲੇ ਜਾ ਕੇ ਖੜਦੀ ਸੀ ਮੂੰਹ ਪਰੇ ਨੂੰ ਕਰ ਲੈਂਦਾ ਸੀਗਾ ਮੈਂ। ਤਾਂ ਰੋਣਾ ਨਹੀਂ ਪਤਰੋਣਾ ਨਹੀਂ। ਨਹੀਂ ਨਾ ਦੱਸੋ ਮੇਰੇ 'ਚ ਕੋਈ ਕਮੀ ਹੈ ਜਿਹੜੀ ਮੈਂ ਇਦਾਂ ਦਾ ਕੁਝ ਕਰਦਾ ਸੀਗਾ। ਇਹ ਗੱਲਾਂ ਮੈਂ ਆਪਣੇ ਘਰਦਿਆਂ ਨੂੰ ਦੱਸੀਆਂ। ਫਿਰ ਕਹਿੰਦਾ ਤੂੰ ਘਰਦਿਆਂ ਨੂੰ ਕਰ ਦੱਸਿਆ। ਨਹੀਂ ਬਿਲਕੁਲ ਦੱਸਣਾ ਸੀ। ਤੁਸੀਂ ਬਹੁਤ ਬਹਾਦਰ ਹੋ। ਤੁਸੀਂ ਇਹ ਇਸ ਚੀਜ਼ ਨੂੰ ਜਰਿਆ ਨਹੀਂ ਦੱਸਣਾ ਉਹਨੂੰ। ਅਸੀਂ ਦੇਖਾਂਗੇ। ਇਹ ਪੁਲਿਸ ਨੇ FIR ਕਰ ਲਈ? ਹਾਂਜੀ ਮੈਮ ਕੀਤੀ ਹੋਈ ਹੈ? ਹਾਂਜੀ ਉਹਨੂੰ ਫੜ ਲਿਆ? ਹਾਂਜੀ ਮੈਮ। ਅੱਛਾ, ਅੰਦਰ ਹੀ ਉਹਨੂੰ? ਹਾਂਜੀ ਮੈਮ। ਅੱਛਾ, ਕਿੱਥੇ ਪਾਇਆ ਸੀ ਐਸਿਡ? ਅੱਛਾ, ਹਾਲਤ ਕੀ ਹੈ ਤੁਹਾਡੀ ਹੁਣ? ਠੀਕ ਹੋ? ਪਹਿਲਾਂ ਨਾਲੋਂ ਬੈਟਰ ਹੈ? ਕਿੱਥੋਂ ਟ੍ਰੀਟਮੈਂਟ ਕਿੱਥੋਂ ਚੱਲ ਰਿਹਾ? ਸਿਵਲ ਹਸਪੀਟਲ। ਸਿਵਲ ਹਸਪੀਟਲ? ਕੋਈ ਪ੍ਰਾਈਵੇਟ ਡਾਕਟਰ ਨੂੰ ਨਹੀਂ ਦਿਖਾਇਆ ਇਹਨਾਂ ਨੇ ਕਿ ਲੋੜ ਨਹੀਂ ਪਈ? ਨਹੀਂ ਮੈਮ। ਅੱਛੀ ਡਾਕਟਰ ਉੱਥੇ? ਹਾਂਜੀ ਮੈਮ ਬਹੁਤ ਵਧੀਆ ਇਲਾਜ ਕੀਤਾ ਉਹਨਾਂ ਨੇ। ਅੱਛਾ ਇਲਾਜ ਕੀਤਾ। ਤੁਹਾਨੂੰ ਹੋਰ ਇੱਥੇ ਕੋਈ ਮੁਸ਼ਕਿਲ ਨਹੀਂ ਆਈ ਐਡਮਿਨਿਸਟ੍ਰੇਸ਼ਨ ਤੋਂ, ਪੁਲਿਸ ਵੱਲੋਂ, ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਈ? ਮੈਮ ਇਹਦੇ ਵਿੱਚ ਜਿੱਦਾਂ ਹਨਾ ਆਪਾਂ ਜਿਹੜੇ ਮੈਂ ਬਿਆਨ ਲਿਖਾਤੇ ਸੀਗੇ ਤਾਂ ਪੰਖਾ ਬੰਦ ਕਰ ਦਿਓ। 4 ਵਾਰੀ ਮੈਂ ਜਿੱਦਾਂ ਮੈਡਮ ਆਏ ਸੀਗੇ ਮੇਰੇ ਕੋਲ, ਹਰਪ੍ਰੀਤ ਮੈਡਮ ਆਏ ਸੀਗੇ, ਉਹਨਾਂ ਨਾਲ ਮੈਂ ਸਾਰੀਆਂ ਗੱਲਾਂ ਕੀਤੀਆਂ। ਠੀਕ ਹੈ, ਉਹਨਾਂ ਨੂੰ ਜਦੋਂ ਮੈਂ ਦੱਸਿਆ ਇੱਦਾਂ ਤਾਂ ਉਹਨਾਂ ਨੇ 4-5 ਵਾਰੀ ਮੇਰੇ ਨਾਲ ਬਿਆਨ ਲੈ ਲਏ ਮੇਰੇ ਤੋਂ। 4-5 ਵਾਰੀ ਬਿਆਨ ਲੈ ਲਏ? ਹਾਂਜੀ 4-5 ਵਾਰੀ ਲੈ ਲਏ। ਉਸ ਤੋਂ ਬਾਅਦ ਜਿਹੜੇ ਸਰ ਸੀਗੇ ਚਾਂਦਹੀਰ, ਉਹਨਾਂ ਨੇ ਆਪਣੇ ਵੱਲੋਂ ਬੋਲ ਕੇ ਇਦਾਂ ਸਾਰਾ ਕੁਝ, ਮਤਲਬ ਮੈਂ ਨਹੀਂ ਬੋਲ ਰਹੀ ਸੀ ਉਸ ਟਾਈਮ, ਉਹ ਮੇਰੇ ਤੋਂ ਸੁਣ ਕੇ ਉਹਨਾਂ ਨੇ ਬੋਲ ਕੇ ਲਿਖਵਾਇਆ। ਉਹਦੇ ਵਿੱਚ ਮੈਂ ਮਤਲਬ ਕੁਝ ਗੱਲਾਂ ਸੀ ਜਿਹੜੀਆਂ ਉਹਨਾਂ ਨੇ ਲਿਖੀਆਂ ਹੀ ਨਹੀਂ ਹੈਗੀਆਂ। ਅੱਛਾ, ਉਹ ਬਿਆਨ ਲਿੱਤੇ ਨਹੀਂ? ਤਾਰਾ ਕਿਹੜੀ ਲੱਗੀ ਹੈ? ਮੈਮ 400 ਨਹੀਂ 326 ਬੀ ਲੱਗੀ ਆ ਮੈਮ। 300? ਇਹ ਕਹਿ ਰਹੀ ਹੈ ਕਿ ਜਿਹੜੇ ਬਿਆਨ ਲੈ, ਮੈਂ ਦੱਸਣਾ ਚਾਹੁੰਦੀ ਸੀ ਪੁਲਿਸ ਨੂੰ, ਕੌਣ ਬਿਆਨ ਲੈਣ ਆਇਆ ਸੀ? ਚਾਂਦ? ਅੱਛਾ, ਤੇ ਇਹ ਕਹਿੰਦੇ ਉਹ ਲਿਖੇ ਨਹੀਂ ਬਿਆਨ, ਕੁਝ ਗੱਲਾਂ ਨਹੀਂ ਲਿਖੀਆਂ ਗਈਆਂ। ਲਿਖੀਆਂ ਹੀ ਨਹੀਂ ਹੈਗੀਆਂ। ਕੁਝ ਨਹੀਂ ਲਿਖਿਆ? ਚਲੋ ਤੁਸੀਂ ਦੁਬਾਰਾ ਦਿਓ, ਆਪਾਂ ਇਨਵੈਸਟੀਗੇਸ਼ਨ ਕਰਾਂਗੇ। ਜਿਹੜੀਆਂ ਹੋਰ ਧਾਰਾਵਾਂ ਲੱਗੀਆਂ ਹੋਣਗੀਆਂ ਲੱਗਣਗੀਆਂ। ਕਾਨੂੰਨ ਆਪਣਾ ਕੰਮ ਕਰੇਗਾ, ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ। ਹਾਂਜੀ ਮੈਮ, ਸਾਨੂੰ ਤਾਂ ਸਿਰਫ ਤੁਹਾਡੇ ਤੇ ਆਸ ਆ ਮੈਮ। ਮੈਂ ਬੇਟਾ ਨਾਲ ਆ। ਹਾਂਜੀ ਮੈਂ ਦੇਖੋ, ਮੈਂ ਅੱਜ ਸਮਾਜ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਇੱਕ ਧੀ ਜਿਹਨੇ ਚੂੜਾ ਪਾਇਆ ਹੋਇਆ, ਇੱਕ ਵੂਮਨ ਐਮਪਾਵਰਮੈਂਟ ਤੇ ਗੱਲ ਕੀਤੀ ਜਾਂਦੀ ਹੈ। ਵੈਸੇ ਕਰਕੇ ਤੁਹਾਨੂੰ ਮਿਲਣ ਆਈ ਆ ਕਿ ਤੁਸੀਂ ਸਟਰੋਂਗ ਰਹੋ ਬੇਟਾ, ਕਾਨੂੰਨ ਆਪਣਾ ਕੰਮ ਕਰੇਗਾ, ਉਹਨੂੰ ਉਹਦੀ ਸਜ਼ਾ ਕਿਤੇ ਦੀ ਮਿਲ ਕੇ ਰਹੇਗੀ। ਇਹੋ ਜਿਹੇ ਪੇਰੈਂਟਸ ਨੂੰ ਵੀ ਚਾਹੀਦਾ ਕਿ ਪਹਿਲੇ ਆਪਣੇ ਬੱਚੇ ਦਾ ਇਲਾਜ ਕਰਾਣ। ਜੇ ਬੱਚਾ ਫਿਜ਼ੀਕਲੀ ਫਿਟ ਨਹੀਂ ਹੈਗਾ ਤੇ ਇੱਕ ਤੁਸੀਂ ਸੋਹਣੀ ਸੁਜੱਕੀ ਕੁੜੀ ਦੇ ਉੱਤੇ ਇੰਨਾ ਵੱਡਾ ਇੱਕੋ ਐਸਿਡ ਸੁੱਟ ਰਹੇ ਹੁੰਦੀ, ਇੰਨੀ ਹਿੰਮਤ। ਇੱਕ ਪਹਿਲੇ ਇਹਦੇ ਚ ਮਾਪਿਓ ਵੀ ਉਨੇ ਹੀ ਦੋਸ਼ੀ ਨੇ ਜਿਨ੍ਹਾਂ ਨੇ ਇਸ ਕੁੜੀ ਦੇ ਜੀਵਨ ਨਾਲ ਖਿਲਵਾੜ ਕੀਤਾ। ਇਹ ਕੋਈ ਨਹੀਂ ਬੱਚੇ, ਅਸੀਂ ਤੇਰੇ ਨਾਲ ਆ। ਠੀਕ ਹੈ, ਹੁਣ ਤੁਸੀਂ ਹਿੰਮਤ ਰੱਖਣੀ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਠੀਕ ਕਰੋ, ਹਾਂਜੀ ਬਾਕੀ ਕਾਨੂੰਨ ਆਪਣਾ ਕੰਮ ਕਰੇਗਾ। ਠੀਕ ਹੈ ਮੈਮ। ਠੀਕ ਹੈ। ਥੈਂਕ ਯੂ ਮੈਮ। ਤੁਹਾਡੇ ਕਿੰਨੇ ਬੱਚੇ ਨੇ ਮਾਤਾ ਜੀ? ਮੇਰੇ 2 ਬੇਟੇ ਆ ਜੀ, 1 ਬੇਟੀ ਆ ਜੀ। ਕੱਲੀ ਬੇਟੀ? ਹਾਂਜੀ, ਇਹ ਕੱਲੀ ਹੈ ਜੀ। ਚਲੋ, ਹੁਣ ਇਸ ਟਾਈਮ ਮੈਨੂੰ ਤੁਹਾਡੇ ਬੜੇ ਸਹਾਰੇ ਦੀ ਜ਼ਰੂਰਤ ਹੈ। ਠੀਕ ਹੈ, ਕੋਈ ਗੱਲ ਨਹੀਂ, ਇਹ ਸਮਾਂ ਲੰਘ ਜਾਏਗਾ। ਤੁਸੀਂ ਆਪਣੀ ਬੱਚੀ ਨੂੰ ਹਿੰਮਤ ਦਿਓ, ਸਟਰੋਂਗ ਕਰੋ। ਬੱਚੇ ਮੈਂ ਤੇਰੇ ਨਾਲ ਆ। ਉਹਨੂੰ ਕਾਨੂੰਨ ਆਪਣਾ ਕੰਮ ਕਰੇਗਾ, ਉਹਨੂੰ ਸਜ਼ਾ ਮਿਲ ਕੇ ਰਹੇਗੀ। ਹਾਂਜੀ ਮੈਮ। ਠੀਕ ਹੈ, ਅੱਗੇ ਅਸੀਂ ਦੇਖਦੇ ਹਾਂ ਹੁਣ ਕੀ ਕਰਨਾ। ਠੀਕ ਹੈ, ਤੁਹਾਨੂੰ ਪੂਰੀ ਲੀਗਲ ਹੈਲਪ ਵੀ ਕਰਵਾਈ ਜਾਏਗੀ।
ठीक है सजा ਉਹਨੂੰ ਮਿਲ ਕੇ ਰਹੇਗੀ ਮੈਮ ਬਸ ਇਹ ਰਿਕੁਐਸਟ ਹੀ ਆ ਮੈਮ ਸਜ਼ਾ ਮਿਲ ਕੇ ਰਹੇਗੀ ਬੇਟਾ ਜੋ ਉਹਨੇ ਕੀਤਾ ਕੁੜੀ ਨੇ ਬਹੁਤ ਤੰਗ ਕੀਤਾ ਜੀ ਸੱਸ ਨੇ ਵੀ ਬਹੁਤ ਜ਼ਿਆਦਾ ਤੰਗ ਕੀਤਾ ਇੰਨੀਆਂ ਗੱਲਾਂ ਕਹੀਆਂ ਮੈਡਮ ਮੈਂ ਜਿਹੜੀ ਤੁਹਾਨੂੰ ਨਾ ਮੀਡੀਆ ਸਾਹਮਣੇ ਨਹੀਂ ਦੱਸ ਸਕਦੀ ਸਿਰਫ ਤੁਹਾਨੂੰ ਦੱਸ ਸਕਦੀ ਹਾਂ ਠੀਕ ਹੈ ਬੇਟਾ ਕੋਈ ਗੱਲ ਨਹੀਂ ਅਸੀਂ ਸੁਣਾਂਗੇ ਮੈਂ ਤਾਂ ਤੁਹਾਨੂੰ ਫੋਨ ਤੇ ਵੀ ਫੋਨ ਕਰਾਂਗੀ ਮੈਂ ਫਿਰ ਤੁਹਾਨੂੰ ਜਾ ਕੇ ਠੀਕ ਹੈ ਤੇ ਮਾਤਾ ਜੀ ਤੁਸੀਂ ਇਹ ਮੁੰਡਾ ਕਿੰਨਾ ਦਰ ਅੰਗੇਜਮੈਂਟ ਰਹੀ ਤੁਹਾਡੀ ਬੇਟੀ ਨੂੰ ਪਸੰਦ ਸੀ ਇਹ ਲੜਕਾ ਹਾਂਜੀ ਮਾਪਿਓ ਦੀ ਸਹਿਮਤੀ ਨਾਲ ਹੀ ਹਾਂਜੀ ਹੋਏ ਹਾਂ ਸਾਡੀ ਸਹਿਮਤੀ ਨੇ ਕੀਤੇ ਫੁੱਫੜ ਜੀ ਦੇ ਚੋਲੇ ਨੇਗੇ ਹਾਂਜੀ ਸਹਿਮਤੀ ਨਾਲ ਕੀਤਾ ਕੋਈ ਧੱਕਾ ਨਹੀਂ ਵਿਚੋਲੇ ਨੂੰ ਤੁਸੀਂ ਪੁੱਛਿਆ ਕਿ ਤੂੰ ਪੂਰੀ ਇਨਕੁਆਇਰੀ ਕੀਤੀ ਸੀ ਕਿ ਮੁੰਡਾ ਫਿੱਟ ਨਹੀਂ ਸੀ ਜਾਂ ਕੀ ਪ੍ਰੋਬਲਮ ਹੈ ਵਿਚੋਲੇ ਨੇ ਹੁਣ ਗੱਲ ਕੀਤੀ ਇੱਥੇ ਕੋਲੀ ਖੜੇ ਨੇ ਹਾਂ ਕੋਲੀ ਖੜੇ ਨੇ ਆਓ ਤੁਸੀਂ ਇੱਧਰ ਆਓ ਤੁਸੀਂ ਉਹ ਮੁੰਡੇ ਬਾਰੇ ਤੁਹਾਨੂੰ ਪਤਾ ਸੀ ਕੁਝ हाँ जी बिल्कुल सब कुछ ठीक ਸੀਗਾ ਜੀ ਕੋਈ ਇਦਾਂ ਦੀ ਲੇਕਿਨ ਫਿਜ਼ੀਕਲ ਫਿਟਨੈਸ ਬਾਰੇ ਤਾਂ ਕਿਸੇ ਦਾ ਨਹੀਂ ਨਾ ਪਤਾ ਲੱਗ ਸਕਦਾ ਨਾ ਆਪਾਂ ਆਊਟਰ ਦਾ ਬਿਲਕੁਲ ਜੋ ਸੀਗਾ ਬਿਲਕੁਲ ਪਰਫੈਕਟ ਹੈਗਾ ਜੀ ਜੋ ਮੈਂ ਇਹਨਾਂ ਨੂੰ ਕਿਹਾ ਹੈਗਾ ਬਿਲਕੁਲ ਸਹੀ ਹੈਗਾ ਅੱਗੋਂ ਵੀ ਮੇਰਾ ਦੋਸਤ ਦੀ ਉਹਨਾਂ ਦੇ ਘਰ ਦੇ ਕੋਲ ਦੁਕਾਨ ਹੈਗੀ ਹੈ ਫੈਮਿਲੀ ਵਾਂਗੂ ਹੀ ਉਹਨਾਂ ਦੇ ਨਾਲ ਉਹਨਾਂ ਤੁਸੀਂ ਉਹਦੇ ਪੇਰੈਂਟਸ ਨਾਲ ਹੁਣ ਗੱਲ ਕੀਤੀ ਇੱਕ ਨਹੀਂ ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਲਿੰਕ ਮੇਰੇ ਲਿੰਕ 'ਚ ਹੀ ਨਹੀਂ ਹੋਏਗੇ ਉਹਨਾਂ ਦੇ ਨਾਲ ਮੈਂ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਅੱਛਾ ਨਹੀਂ ਕੀਤਾ ਹੈਗਾ ਸਾਡੀ ਬੇਟੀ ਤੇ ਤੇਜ਼ਾਬ ਪਾ ਦਿੱਤਾ ਹੈਗਾ ਉਸੇ ਦਿਨ ਹੀ ਰਾਤ ਨੂੰ ਕੀਤਾ ਸੀ ਤੇ ਮੈਂ ਕਿਹਾ ਤੁਸੀਂ ਬਿਲਕੁਲ ਅੱਛੀ ਗੱਲ ਨਹੀਂ ਕੀਤੀ ਹੈਗੀ ਹੁਣ ਉਹ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਕਿਸੇ ਬੰਦੇ ਨੂੰ ਵਿੱਚ ਪਾ ਕੇ ਮੈਂ ਉਹਨਾਂ ਦੇ ਨਾਲ ਹਲੇ ਗੱਲ ਨਹੀਂ ਕਰਨੀ ਚਾਹੁੰਦਾ ਇਸ ਲਈ ਸੰਪਰਕ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਸਾਡੇ ਨਾਲ ਕੰਪਰੋਮਾਈਜ਼ ਕਰੋ ਮੈਂ ਕਿਹਾ ਕਿਸ ਗੱਲ ਦਾ ਕੰਪਰੋਮਾਈਜ਼ ਸਾਡੀ ਲੜਕੀ ਦਾ ਜੋ ਹਰਜਾਨਾ ਹੋਏਗਾ ਉਹਨੂੰ ਕੌਣ ਭਰੇਗਾ ਕੋਈ ਨਹੀਂ ਬੇਟਾ ਮੈਂ ਤੇਰੇ ਨਾਲ ਹਾਂ ਠੀਕ ਹੈ ਤੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਾਨੂੰਨ ਆਪਣਾ ਕੰਮ ਕਰੇਗਾ ਇਹ ਐਗਜ਼ਾਮਪਲ ਸੈੱਟ ਹੋਏਗਾ ਉਹਨੇ ਖਿਲਵਾੜ ਕੀਤਾ ਹਾਂਜੀ ਤੇ ਮੈਡੀਸਨ ਖਾ ਰਹੇ ਹੋ ਹਾਂਜੀ ਮੈਮ ਲੈ ਰਹੀ ਤਾਕਤ ਦੀ ਵੀ ਦਵਾਈਆਂ ਦਿੱਤੀਆਂ ਹੋਈਆਂ ਤੁਹਾਨੂੰ ਹਾਂਜੀ ਮੈਮ ਲਗਾਉਣ ਵਾਲੀ ਵੀ ਦਿੱਤੀ ਮੈਮ ਕੋਈ ਪ੍ਰੋਬਲਮ ਤਾਂ ਨਹੀਂ ਹੈ ਹੁਣ ਤੁਹਾਨੂੰ ਮੈਮ ਮਤਲਬ ਤੁਰਨ ਦੇ ਵਿੱਚ ਦਿੱਕਤ ਆਉਂਦੀ ਹੈ ਆਂਦੀ ਹਾਂਜੀ ਮੈਮ ਯੂਰਿਨ ਪਾਸ ਕਰਨ ਵਗੈਰਾ ਚ ਵੀ ਮੁਸ਼ਕਲ ਆਉਂਦੀ मैम बाकी तो रिपोर्ट दिखा देंगे मनीषा जी चार भाइयों की इकलौती बहन और जब शादी करी है सिर्फ 12वीं पास पढ़ाया तक भी नहीं असली तो यहीं से मुसीबत की जड़ शुरुआत हुई। देखिए पायल यही वुमेन एम्पावरमेंट पे जो मैं बार बार बोलती हूँ कि जमीनी हकीकत कुछ और है जमीनी हकीकत कुछ और है ये देखिए एक बच्ची अकेली माँ बाप की बच्ची और देखिए आज हमारे पास बहुत सारे केस हैं ऐसे कि जो लड़कियां कहती हैं कि हमारी शादी कर दी है अभी मेरे पास परसों थर्सडे एक केस एक लड़की ने इतना अच्छे से बड़ी हाई एजुकेटेड है वो लड़की किसी गांव की रहने वाली है कि मेरी शादी कर दी लड़का फिजिकली फिट नहीं है और उसने इतना चैलेंज किया हमारी कोर्ट में खड़े होके उस लड़के को उसकी फैमिली को कहती है शादी की रात इसने मेरा ऐसे मुआयना किया कि तू कुंवारी है मुझे शर्म आ रही है बताते हुए जो उस लड़की ने अपना केस मेरे आगे पुटअप किया मुझे शर्म आ गई कि मेरा सारा स्टाफ सुनते हुए उस लड़की की बातें तो कहती मैंने इनकी फैमिली को कहा कि अब तुमने मेरा तो इसने मुआवना कर लिया ये फिजिकली फिट नहीं है इसका कौन करेगा वो लड़की मुझे कहती मैडम मुझे आप काले पानी की सजा देना इसका फिजिकली टेस्ट इसका करवाओ इसने मेरे को इतना हरास किया शादी की रात खुद फिजिकली फिट मेरे साथ एक बारी चल के अपना चेकअप करवाए इलाके कि मुझे अगर ये औलाद नहीं दे सकता ऐसा रिश्ता किस काम का और जो फिजिकली फिट खुद नहीं है अपनी भड़ास निकालने के लिए इस तरह की हरकत इस बच्ची पे तेजाब डाला अब ये वुमेन एम्पावरमेंट है एब्सोल्युटली ये वुमेन एम्पावरमेंट बिल्कुल तो आज मेरा आने का यहाँ उद्देश्य ये था मेन कि ये देखिए कि मैं चेयर पे बैठी हूँ मुझे पता है जमीनी हकीकत क्या है? लोग बड़ी बड़ी बातें करते हैं कि मैन डोमिनेट मुझे आज एक मैं मैसेज देना चाहती हूँ कि जो भी लड़की शादी के लिए आप पिंडा गांव वगैरह में विलेज में ज्यादा जरूरत है इवन मैं वो पढ़ी लिखी लड़की का पहले फिजिकली टेस्ट होना चाहिए लड़के का अगर आपको कोई डाउट है आप लड़की का भी करवाइए अगर आपको कोई डाउट है एटलीस्ट ऐसी प्रॉब्लम्स तो ना हो और अगर आपको प्रॉब्लम है तो आप शादी ना करवाइए आप किसी मासूम के जीवन के साथ खिलवाड़ कर रहे हैं ये बहुत शर्मनाक मैम बात आज है वुमेन्स डे सब लोग कह रहे हैं और विशेस की जा रही है लेकिन आपको लगता है कि वुमेन्स डे तो मुझे लगता है कि अगर आप हर रोज एक औरत की इज्जत करें तो वही वुमेन डे वही Yes, होता है yes. क्योंकि आप अगर एक दिन औरत को सम्मान और बड़े बड़े शब्दों में आप लिख के जो हम डाल देते हैं पोस्ट उससे तो वुमेन डे नहीं होता ना ਬਿਲਕੁਲ ਮੈਂ ਤੇ ਅਮਨ ਬਾਰ-ਬਾਰ ਇੱਕੋ ਹੀ ਗੱਲ ਕਹਿੰਦੀ ਆ ਕਿ ਕੋਈ ਵੂਮਨਸ ਡੇ ਹੈ ਇੱਕ ਦਿਨ ਨਹੀਂ ਬਣਿਆ ਹਰ ਦਿਨ ਔਰਤ ਦਾ ਹੈ ਹਰ ਦਿਨ ਇੱਕ ਮਰਦ ਦੇ ਪਿੱਛੇ ਵੀ ਇੱਕ ਔਰਤ ਹੈ ਜਨਨੀ ਹੈ ਜਨਮ ਦੇਣ ਵਾਲੀ
ਉਹਦੀ ਛਾਇਆ ਨੂੰ ਅੱਗੇ ਲੈ ਕੇ ਜਾਣ ਵਾਲੀ, ਬੈਲੈਂਸ ਕਰਨ ਰਿਸ਼ਤੇ ਨੂੰ, ਇੱਕ ਦੂਜੇ ਦਾ सम्मान ਕਰਨ, ਹਰਾਸ ਨਾ ਕਰਨ। ਚੀਜ਼ਾਂ ਹਰਾਸ ਵੀ ਹੋ ਰਹੀਆਂ ਨੇ, ਕਾਨੂੰਨ ਦਾ ਦੁਰਉਪਯੋਗ ਹੋ ਰਿਹਾ ਹੈ, ਆਪਣੇ ਵੂਮਨਸ ਕਾਰਡ ਨੂੰ ਕਈ ਖੇਲ ਲੈਂਦੀਆਂ ਨੇ, ਤੇ ਔਰਤ ਵੀ ਹਰਾਸ ਹੋ ਰਹੀ ਹੈ। ਔਰਤ ਆਪਣੇ ਆਪ ਨੂੰ अपनी डिग्निटी नाल प्यार नहीं कर रही, औरत औरत ਨੂੰ सपोर्ट नहीं कर रही, औरत औरत ਦਾ सम्मान नहीं कर रही। चीज़ां घरों शुरू होके बाहर तक प्रोफेशनल लाइफ तक पहुंच ਜਾਂਦੀਆਂ ਨੇ। ਤੁਸੀਂ ਜਰਨਲਿਸਟ ਹੋ ਪਾਇਲ, ਤੁਸੀਂ ਜਰਨਲਿਸਟ ਹੋ, ਮੈਂ ਇੱਕ ਚੇਅਰ ਤੇ ਬੈਠੀ ਹਾਂ, ਸਾਡੇ ਵੀ ਪਰਸਨਲ ਐਕਸਪੀਰੀਅੰਸ ਕਹਿੰਦੇ ਨੇ ਕਿ ਔਰਤ ਔਰਤ ਨੂੰ ਅੱਗੇ ਨਹੀਂ ਵਧਣ ਦਿੰਦੀ। ਤੁਸੀਂ ਕਿੰਨੀ ਕੁ ਸਟਰੋਂਗ ਹੋ, ਤੁਸੀਂ ਸਟਰੋਂਗ ਹੋ, ਤੁਸੀਂ ਸਟਰੋਂਗ ਹੋ, ਮੈਂ ਸਟਰੋਂਗ ਹਾਂ। ਗਿਣਤੀ ਚ ਲੇਡੀਜ਼ ਨੇ ਜਿਹੜੀਆਂ ਫਿੰਗਰਸ ਤੇ ਅਸੀਂ ਕਾਊਂਟ ਕਰ ਸਕਦੇ ਹਾਂ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦੀਆਂ ਨੇ, ਆਪਣੇ ਆਪ ਨਾਲ ਪਿਆਰ ਕਰਦੀਆਂ ਨੇ, ਆਪਣੀ डिग्निटी नाल, अपने मान सम्मान नाल प्यार करदियां ने, नहीं कंप्रोमाइज करदियां। पर समाज नूं सजग होने की जरूरत है। मेरा कहना है हुण टाइम आ गया है, मैन कम्यूनिटी ते तुसी ठीकड़ा ना फोड़ो कि वो तुहानू हरास करते ने, नहीं करते। जिन्हां दे सुर विगड़े हुए ने घरों ही, ਜਿਹੜੇ अच्छे संस्कार पेरेंट्स ने नहीं दिते, वो कुछ ही % हैगे ने, वो विगड़े ही रहणगे। उन्हां नूं कानून ठीक करेगा, पर सारी कम्यूनिटी नूं मैन होए, मेल होए, फीमेल होए, एक तराजू च ना तोलो। अपने आप नाल प्यार करो। मर्द और औरत दोनों एक दूजे दे सिरे ने, ਇੱਕ ਦੂਸਰੇ ਨੂੰ ਨਾਲ ਲੈ ਕੇ। ਪਰਿਵਾਰ ਦੀਆਂ ਦੋ ਮੰਗਾਂ ਜੀ, ਇੱਕ ਤਾਂ ਇਹ ਕਹਿੰਦੇ ਵੀ ਸਾਡੇ ਜਿਹੜੇ ਬਿਆਨ ਆ ਉਹਨਾਂ ਨੇ ਛੇੜਛਾੜ ਹੋਈ ਆ, ਹਾਂ, ਵੀ ਉਹ ਦੁਬਾਰਾ ਹੋਣ। ਦੂਸਰਾ ਇਹ ਪਰਿਵਾਰ ਦੀ ਮੰਗ ਆ ਵੀ ਇਹ ਲੜਕੀ ਜਿਹੜੀ ਬੱਚੀ ਤੇ ਇਹਨਾਂ ਨੇ ਤੇਜ਼ਾਬ ਪਾਇਆ, ਇਹ ਕਹਿੰਦੀ ਵੀ ਮੇਰੇ ਸੱਸ ਤੇ ਸਹੁਰਾ ਉਹ ਵੀ ਬਰੋਬਰ ਦੇ ਦੋਸ਼ੀ ਨੇ, ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਕੀ ਇਹਦੇ ਤੁਸੀਂ ਹੈਲਪ ਕਰੋਗੇ ਜੀ? ਦੇਖੋ ਹੁਣ ਇਮੀਡੀਏਟਲੀ ਮੇਰੇ ਕੱਲ ਆਫਿਸ ਪਹੁੰਚਦੇ ਇਨਵੈਸਟੀਗੇਸ਼ਨ ਬੈਠ ਜਾਏਗੀ। ਹਾਂਜੀ, ਮੈਂ ਖੁਦ ਇੱਥੇ ਆਈ ਆ, ਇਹਨੇ ਮੇਰੇ ਅੱਗੇ ਸਟੇਟਮੈਂਟ ਦਿੱਤੀ ਹੈ, ਤੁਸੀਂ ਸਾਰੇ ਲੋਕ ਗਵਾਹ ਹੋ ਕਿ ਮੇਰੇ ਬਿਆਨਾਂ ਨਾਲ ਛੇੜਛਾੜ ਹੋਈ ਹੈ। ਦੁਬਾਰਾ ਤੋਂ ਬਿਆਨ ਹੋਣਗੇ। ਠੀਕ ਹੈ। ਸੱਸ ਸਹੁਰੇ ਦੇ ਵੀ ਖਿਲਾਫ ਜਿਹੜੀ ਹੈ ਕੰਪਲੇਂਟ ਦੇ ਰਹੀ ਹੈ, ਇਹ ਦੁਬਾਰਾ ਤੋਂ ਉਹਨਾਂ ਦੇ ਨਾਮ ਕੇਸ ਦਰਜ ਉਹਨਾਂ ਤੇ ਵੀ ਹੋਏਗਾ। ਜੋ ਵੀ ਹੈ, ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈ, ਕਾਨੂੰਨ ਆਪਣਾ ਕੰਮ ਕਰੇਗਾ। ਸਾਡੀ ਪੈਰਵੀ ਇਹਦੀ ਕਾਨੂੰਨ ਦੀ, ਅਸੀਂ ਇਹਦੇ ਪੂਰੇ ਇਹਦੇ ਜਿਹੜੇ ਹੱਕ ਬੰਦੇ ਨੇ, ਅਸੀਂ ਪੂਰੀ ਇਸ ਕੇਸ ਦੀ ਸੱਸ ਸਹੁਰਾ ਇਹਨਾਂ ਦੇ ਬਹੁਤ ਹੈਵੀ ਰਿਚ ਆ ਜੀ। ਉਹ ਕਹਿੰਦੇ ਜਿਹੜੇ ਆਈਓ ਉਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਜਾਵੇ, ਉਹ ਕਹਿੰਦੇ ਵੀ ਕਿਤੇ ਪੈਸੇ ਲੈ ਲੈ ਜਾਂ ਜੋ ਵੀ ਕੋਈ ਗੱਲ कोई गल नहीं, सानू सबनू सब कुछ सब पता है, ये पब्लिक है जो सब मनीषा जी, जानती यहाँ पे है। तो मेरा कानून अपना सवाल काम है कि करेगा। जो शादी की उम्र 18 से 21 करी है, वो आपको लगता है कि हर गांव और शहर में लोगों को जरूर उसको अपनाना चाहिए? वो एक बहुत बड़ा रीजन है इस तरह के हादसे होने का। देखिए, ये हमारे ऑनरेबल प्राइम मिनिस्टर जी ने, मैं 2019 में उनसे मिलने गई थी, तो उनका ये बड़ा कंसर्न था, क्योंकि मैं पंजाब से हूँ। तो उन्होंने मेरे से उस समय में ये बात की थी कि पंजाब के बच्चे बाहर क्यों जाते हैं, इंडस्ट्री क्यों नहीं है, या हमारी जो स्कीम्स हैं उन पर इम्प्लीमेंट क्यों नहीं लेते स्टेट गवर्नमेंट। तो उस टाइम बड़ा कंसर्न था। अब कमीशन का थोड़ा स्वरूप बदलेगा। डंडा तो चलो हमेशा से तगड़ा रहा है आप लोगों के साथ, आप लोगों का बहुत बड़ा साथ है हमारे साथ। तो अब कमीशन का थोड़ा स्वरूप भी चेंज होगा। आने वाले महीनों में हमें भारत सरकार के सपोर्ट से हम अपनी पंजाब की विमेंस की बेटियों के लिए, बहनों के लिए हम कोशिश करेंगे इंडस्ट्री यहाँ पे लाई जाए, हेल्थ पे काम हो। आज हर 10 में से 3 औरतें सर्वाइकल कैंसर, उनको ये भी नहीं पता विलेजेस में प्रॉब्लम है क्या। पैप्समेयर का टेस्ट होता है, तुम्हें पता है, मुझे पता है। विलेजेस में इनको पता ही नहीं होगा पैप्समेयर किस बला का नाम है, जिस प्रॉब्लम जहाँ से शुरू होती है। तो हमारे आने वाले समय में हम हेल्थ पे काम करेंगे, हम एजुकेशन पे काम करेंगे, आप लोगों के साथ मिल के काम करेंगे, गांव टू गांव जाएंगे। हम भारत सरकार की जितनी भी स्कीम्स चल रही हैं वुमेन एम्पावरमेंट को लेके हम उनके ऊपर काम करेंगे। बाकी पब्लिक का तो हमें साथ, मेरा विजन एक ही है, अपने यूथ को लेके, विमेन को लेके। आज मेरे का यहाँ पे आने का पर्पस भी, बच्ची से मैं फोन पे बात कर चुकी हूँ। जिस दिन मुझे इंसिडेंट का पता चला तो आप लोगों ही द्वारा मुझे बताया गया, इसने किया था, क्योंकि जब से मैं इस सीट पे बैठी हूँ मुझे लगता है जो ये एक दिन समर्पित किया गया औरत को, ये एक्चुअल में इसका कोई मेरे पास शब्द नहीं है। नहीं, मैं नहीं मानती, हर दिन औरत का है। ये सारे ब्रांडेड नेम्स हैं, अदरवाइज तो विमेन डे इज एवरी डे। मनीषा जी, एवरी डे, यस, हर दिन औरत का। औरत घर की पिल्लर है, पर औरत ये भी ना समझे कि मैं कानून का दुरुपयोग कर सकती हूँ। अब क्या आपको लगता है आप एसिड लेने जाते हैं आप सबको आराम से मिल जाता है?
नहीं अवेलेबल है तो ये फिर बहुत सब सारी सोची समझी साजिश और ये एसिड गिराना तो मुझे लगता है औरत के ऊपर सबसे क्रूरता भरा बहुत बड़ा क्राइम है। और देखिए 1 महीने की शादी में लगातार उसे चूड़ा हरास अभी तक नहीं उतारा है उतारा। उतार देगी, इस चूड़े की कोई वैल्यू नहीं है, ये उतार देगी चूड़ा अब, क्योंकि इस रिश्ते में जो उसने हरकत की है तो इस चूड़े का कोई अब मीनिंग ही नहीं रह गया। ये लड़की जीवन में आगे बढ़ेगी, एम्बेसडर बनेगी ना। यस, और अपने जैसी और लड़कियों के लिए ਇਹਨੂੰ ਹੁਣ ਤੁਸੀਂ ਅੱਗੇ ਪੜਾਣਾ ਵੀ ਹੈ। ਠੀਕ ਹੈ, ਇਹ ਕਰੇਗੀ, ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰੇਗੀ। ਠੀਕ ਹੈ ਬੇਟਾ, ਅਸੀਂ ਤੇਰੇ ਨਾਲ ਆ। ਠੀਕ ਹੈ, ਸ਼ਾਬਾਸ਼। ਤੇ ਠੀਕ ਹੈ ਬੇਟਾ, ਤੂੰ ਆਪਣੀਆਂ ਰਿਪੋਰਟਸ ਰੱਖ ਤੇ ਅਸੀਂ ਡਿਊਟੀ ਲਗਾ ਦਾਂਗੇ। ਇਨਵੈਸਟੀਗੇਸ਼ਨ ਅਸੀਂ ਕੋਈ ਹੋਰ ਆਫੀਸਰ ਅਪਾਇੰਟ ਕਰ ਦਾਂਗੇ। ਸਾਡੇ ਵੱਲੋਂ ਕੱਲ ਹੀ ਆਰਡਰ ਇਸ਼ੂ ਹੋ ਜਾਣਗੇ, ਦੁਬਾਰਾ ਤੋਂ ਇਨਵੈਸਟੀਗੇਸ਼ਨ ਹੋਏਗੀ, ਤੇਰੀ ਸਟੇਟਮੈਂਟ ਹੋਏਗੀ। ਤੂੰ ਬੇਖੌਫ ਹੋ ਕੇ ਆਪਣੇ ਬਿਆਨ ਦੇਣੇ ਨੇ। ਮੈਮ ਜਿਹੜੇ ਬਾਅਦ ਮਾਤਾ ਤੁਹਾਨੂੰ ਮਿਲੇ ਸੀਗੇ ਉਹਨਾਂ ਦੀ ਬੇਟੇ ਵੱਲੋਂ ਜ਼ਮੀਨ ਹੜਪ ਲਈ ਗਈ ਆ, ਮਾਤਾ ਆਪਣੇ ਭਰਾ ਦੇ ਘਰ ਰਹਿ ਰਹੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਬੜਾ ਦੁਖਦ ਹੈ। ਮੈਂ ਅੱਜ ਸਵੇਰ ਤੋਂ ਕਹਿ ਰਹੀ ਹਾਂ, ਲਾਈਵ ਵੀ ਆਈ ਸੀ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਕਿਸ ਤਰ੍ਹਾਂ ਸੋਚ ਸਕਦੇ ਆ ਕਿ ਇੱਕ ਸਕੀ ਧੀਆਂ ਆਪਣੀ ਮਾਂ ਨੂੰ ਹਰਾਸ ਕਰ ਰਹੀਆਂ ਨੇ। प्रॉपर्टी खोल लिती गई है, कहती 2 बेटियां तो कहा जाता है कि माँ की असली सपोर्ट ही बेटियां होती है। बेटे को फिर भी कई बार हम कह देते हैं ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੇ। ਇੱਥੇ ਸਭ ਕੁਝ ਉਲਟ ਹੋਇਆ ਲੱਗਦਾ ਜੀ। ਇੱਥੇ ਉਲਟ ਹੋਇਆ ਨਹੀਂ, ਹੋ ਰਿਹਾ, ਹਰ ਜਗ੍ਹਾ ਤੇ ਹੀ ਹੋ ਰਿਹਾ। ਕਿੰਨੀਆਂ ਔਰਤਾਂ ਵਿਚਾਰੀਆਂ ਸਾਡੇ ਕੋਲ ਆ ਹੀ ਨਹੀਂ ਪਾਉਂਦੀਆਂ, ਸਮਾਜ ਦਾ ਡਰ, ਇਹੋ ਦੁੱਖ ਸੋਚ ਕੇ ਕਿ ਸ਼ਾਇਦ ਰੱਬ ਨੇ ਸਾਡੀ ਕਿਸਮਤ ਵਿੱਚ ਇਹ ਲਿਖਿਆ ਹੈ। ਤੇ ਔਰਤਾਂ, ਬਹੁਤ ਸਾਰੀ ਵਿਮਨ ਕਮਿਊਨਿਟੀ ਰੋ ਰਹੀ ਹੈ। ਕਿਤੇ ਨਾ ਕਿਤੇ ਸਮਾਜ ਔਰ ਸੁਸਾਇਟੀ ਤੇ ਜ਼ਿੰਮੇਦਾਰ ਹੈ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪੋਲੀਟੀਕਲ ਨੁਮਾਇੰਦੇ ਵੀ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ, ਕਿਸੇ ਇੱਕ ਹੱਦ ਤੱਕ ਉਹਨਾਂ ਨੂੰ ਵੀ ਇਸ ਆਪਣੇ ਏਰੀਏ ਦੀ ਪ੍ਰੋਬਲਮਸ ਨੂੰ ਦੇਖਣਾ ਚਾਹੀਦਾ। ਉਹਨਾਂ ਦੇ ਹੱਕਾਂ ਲਈ ਤੁਸੀਂ ਵੋਟ ਮੰਗਣ ਆ ਜਾਂਦੇ ਹੋ, ਉਹਨਾਂ ਦੀ ਆਵਾਜ਼ ਵੀ ਬਣੋ, ਲੋੜ ਪੈਣ ਤੇ ਨਾਲ ਤੇ ਖੜੋ। ਬੜਾ ਅੱਛਾ ਚੱਕਿਆ ਕਿ ਨੁਮਾਇੰਦਿਆਂ ਨੂੰ ਜਦੋਂ ਚੁਣਾਵ ਹੁੰਦੇ ਆ, ਕੁਝ ਵੀ ਚੀਜ਼ ਹੁੰਦੀ ਹੈ, ਜ਼ਰੂਰ ਆਉਂਦੇ ਨੇ, ਲੇਕਿਨ ਜਦੋਂ ਜਿੱਤ ਹੋ ਜਾਂਦੀ ਆ ਤੇ ਸ਼ਾਇਦ ਐਮਐਲਏ ਤਾਂ ਇੱਥੇ ਦਿਖਦੇ ਵੀ ਨਹੀਂ ਹੈ। ਮੰਤਰੀ ਤਾਂ ਚਲੋ ਮੰਨੇ ਆਪਣੀ ਕੋਠੀਆਂ ਵਿੱਚ ਹੁੰਦੇ। ਨਹੀਂ ਲੱਗਦਾ ਕਿ ਇਨ ਛੋਟੇ ਛੋਟੇ ਇਸ਼ੂਜ਼ ਨੂੰ ਵੀ ਚੱਕਣਾ, ਜਦੋਂ ਕਿ ਚਲੋ ਕੁਝ ਮਸਲੇ ਤਾਂ ਸਾਹਮਣੇ ਨਿਕਲ ਕੇ ਆ ਜਾਂਦੇ, ਕੁਝ ਅਜਿਹੇ ਮਸਲੇ ਜਿਹੜੇ ਕਦੇ ਸਾਹਮਣੇ ਵੀ ਨਹੀਂ ਨਿਕਲ ਕੇ ਆਉਂਦੇ ਆ, ਉਹਨਾਂ ਨੂੰ ਕਿੰਨਾ ਸਫਰ ਕਰਨਾ ਪੈਂਦਾ। ਦੇਖੋ ਅਮਨ, ਅੱਜ ਇਹ ਤੁਹਾਡਾ ਬੜਾ ਸੋਹਣਾ ਸਵਾਲ ਹੈ। ਸ਼ਾਇਦ ਲੋਕਾਂ ਨੂੰ ਅੱਜ ਜਵਾਬ ਮਿਲ ਜਾਏਗਾ ਕਿਉਂ ਮਨੀਸ਼ਾ ਗੁਲਾਟੀ ਬੁਰੀ ਲੱਗਦੀ ਹੈ, ਕਿਉਂ ਜਜਮੈਂਟਲ ਹੋ ਜਾਂਦੇ ਨੇ ਲੋਕੀ, ਕਿਉਂਕਿ ਮੈਂ ਸੱਚ ਦੀ ਆਵਾਜ਼ ਬਣੀ ਹੋਈ ਹਾਂ। ਮੇਰੇ ਲਈ ਮੈਂ ਸ਼ੁਕਰ ਕੀਤਾ, ਇਲੈਕਸ਼ਨ ਦੀ ਟਿਕਟਾਂ ਅਨਾਉਂਸ ਹੋ ਗਈਆਂ। लोकी जजमेंटल होए सन, शायद इलेक्शन लड़ना चाहती है। जजमेंटल के साथ साथ लोगों को आशा भी थी। आशा तो सही नहीं करते। अगर आशा करते हो तो वो इतने जजमेंटल ना हो। आज देखिए, आप एक कंपनी में काम करती हैं, अगर वो कंपनी आपको हरासमेंट कर रही है तो आप कंपनी चेंज करेंगी ना अपनी डिग्निटी के लिए। और अगर अब मनीषा गुलाटी ने कोई डिसीजन लिया अपनी डिग्निटी के लिए, अपने लोगों को ये आशा थी कि मनीषा गुलाटी भी कोई पॉलिटिकल आगे अपने टिकट लेंगी, जिससे क्योंकि आपका लोगों को इतना आप पे भरोसा है, आपने इतना ट्रस्ट जीता है लोगों का, तो आपको नहीं लगता कि एक बार सियासत में आके लोगों को और कॉन्फिडेंस आएगा? मैंने ये कभी भी नहीं कहा सियासत में नहीं आऊंगी, सियासत में आऊंगी, पर अभी लोगों को अवेयर करने की जरूरत है कि आपको इमोशंस की सीढ़ी बनाया जाता है। सियासत का असली रूप रंग तो अभी बाकी है दिखाना लोगों को। ये इलेक्शन के रिजल्ट आ जाए, उसके बाद मेरी कमीशन के ऑफिस के अलहदा जो एक पॉलिटिकल, एक सियासत 70 साल की और एक 10 साल की सियासत का एक रूप मैं लोगों को दिखाना चाहती हूँ। उसके बाद 5 साल अभी लोगों की सेवा कर ले। लोग जो ये जजमेंटल होते हैं, मुझे लगता है ये सारे इनोसेंट लोग हैं, इनके पास्ट एक्सपीरियंस ऐसे हैं जो उनको ये जजमेंटल होने पे मजबूर कर देते हैं। पर मैं बार बार कहूंगी कि इमोशंस की सीढ़ी खड़ी की जाती है। एग्जाम्पल सामने है। बेटा, तुहानू कोई पॉलिटिकल नुमाइंदा देखन आया? सुनिए, कोई पॉलिटिकल नुमाइंदा, और ये अगर इलेक्शन से पहले होता तो शायद यहाँ पर भीड़ लगी होती। देखिए, आज ये स्ट्रांगली मैसेज है उन हेटर्स के लिए, उन ट्रोलर्स के लिए, कि कहते हैं मनीषा गुलाटी को लेके, मनीषा गुलाटी किक मारती है ऐसे लोगों को कि गो टू हेल, हु आर यू, इट्स माय डिसीजन। ये मैंने अपना, मेरा एक विजन है वुमेन्स को लेके। एक एग्जाम्पल, चूड़ा डाला हुआ है लड़की ने, 1 महीने की शादी, तेजाब डाल दिया गया, और देखिए कोई पॉलिटिकल नुमाइंदा उसका हाल पूछने नहीं आया। क्या सिर्फ वोटों के लिए ही रह गई हैं ये हमारी वुमेन्स और बच्चियां? तो जवाब आज आपके पास है, ये है वुमेन्स डे की हकीकत। थैंक यू।
ਓਕੇ ਬੇਟਾ, ਅਸੀਂ ਕੱਲ ਤੁਹਾਨੂੰ ਲੈਟਰ ਇਸ਼ੂ ਕਰਾਂਗੇ। ਯੂ ਆਰ ਅੰਬੈਸਡਰ, ਲਿਆਓ ਜੀ, ਤੁਸੀਂ ਪੜੋਗੇ ਵੀ, ਤੁਹਾਡੇ ਲਈ ਹੁਣ ਅਗਲਾ ਰਾਹ ਅਸੀਂ ਚੁਣਾਂਗੇ। ਠੀਕ ਹੈ, ਮੇਰੇ ਨਾਲ ਪ੍ਰੋਮਿਸ ਕਰੋ ਤੁਸੀਂ ਕੰਮ ਕਰੋਗੇ ਆਪਣੇ ਜਿਹੋ ਜਿਹੀ ਲੜਕੀਆਂ ਨਾਲ। ਤੁਹਾਨੂੰ ਤੁਹਾਡੇ ਏਰੀਏ ਦਾ ਹੀ ਅਸੀਂ ਇੱਥੇ ਕੰਮ ਦਾਂਗੇ। ਸਭ ਤੋਂ ਪਹਿਲਾਂ ਮੇਰੀ ਪ੍ਰਾਇੋਰਟੀ ਹੈ ਤੁਹਾਡੇ ਨਾਲ ਜਸਟਿਸ ਹੋਏ, ਫਿਰ ਤੁਸੀਂ ਠੀਕ ਹੋ ਔਰ ਤੁਹਾਨੂੰ ਮੈਂ ਇੱਥੇ ਅਪਾਇੰਟ ਕਰਾਂਗੀ। ਤੁਸੀਂ ਮੇਰੀ ਕਮਿਸ਼ਨ ਦੇ ਅੰਬੈਸਡਰ ਬਣੋਗੇ, ਆਪਣੇ ਜਿਹੋ ਜਿਹੀ ਕੁੜੀਆਂ ਦੀ ਆਵਾਜ਼ ਬਣੋਗੇ ਕਿ ਜਿਹੜੀਆਂ ਕੁੜੀਆਂ ਦਬਾਅ ਵਿੱਚ ਆ ਕੇ ਚੁੱਪ ਰਹਿੰਦੀਆਂ ਨੇ, ਆਪਣੇ ਪੇਰੈਂਟਸ ਨੂੰ ਦੱਸਦੀਆਂ ਨਹੀਂ ਸੱਚ। ਠੀਕ ਹੈ, ਆਈ ਲਵ ਯੂ। आप ये ਸਟਰੋਂਗ ਹੋ ਜਾਓ ਔਰ ਠੀਕ ਹੋ ਜਾਓ। पूरे देश के ਠੀਕ ਹੈ, ਵਿੱਚ ਬਣਾਇਆ ਮੈਂ ਤੁਹਾਨੂੰ ਕੱਲ ਫੋਨ ਨੰਬਰ ਦਾਂਗੀ ਆਪਣਾ, ਮੇਰੇ ਨਾਲ ਤੁਸੀਂ ਟੱਚ ਵਿੱਚ ਰਹੋ। ਕਿਹਾ ਜਾਂਦਾ ਹੈ ਤੁਸੀਂ ਇਹਨੂੰ ਸਟਰੋਂਗ ਕਰੋਗੇ, ਮੇਰੇ ਨਾਲ ਵਾਅਦਾ ਕਰੋ, एक महिला ਵਾਅਦਾ ਕਰੋ ਆਪਣੀ ਕੁੜੀ ਦਾ ਧਿਆਨ ਰੱਖੋਗੇ। ਹਾਂਜੀ ਮੈਂ ਤਾਂ ਦਿਖਾਣਾ ਚਾਹਾਂਗੀ ਮੈਂ ਤੁਹਾਨੂੰ ਦੱਸਾਂ ਇਹ ਰੱਬ ਦੀ ਲਿਖੀ ਨੂੰ ਕੋਈ ਨਹੀਂ, ਤੁਹਾਡੇ ਬੱਚੇ ਨੂੰ ਵਕਤ ਨੇ ਬਚਾਇਆ ਤੇਜਾਬ ਠੀਕ ਹੈ, ਕੋਈ ਗੱਲ ਨਹੀਂ, ਇਹ ਸਮਾਂ ਸੀ, ਇਹ ਲੰਘ ਜਾਏਗਾ। ਪਰ ਇਹ ਬੱਚੀ ਬਹੁਤ ਸਟਰੋਂਗ ਹੈ, ਹੁਣ ਇਹਨੂੰ ਪਿਆਰ ਨਾਲ ਠੀਕ ਕਰੋ, ਇਹ ਠੀਕ ਹੋਏਗੀ, ਸਟਰੋਂਗ ਹੋਏਗੀ, ਅਸੀਂ ਇਹਦੇ ਨਾਲ। ਠੀਕ ਹੈ ਜੀ। ਠੀਕ ਹੈ ਮੈਮ ਅੱਜ ਤੁਸੀਂ ਇੱਥੇ ਪਹੁੰਚੇ ਹੋ, ਮਹਿਜ਼ 1 ਮਹੀਨੇ ਦਾ ਵਿਆਹ ਸੀਗਾ ਤੇ ਇਸ ਤਰੀਕੇ ਦੀ ਘਟਨਾ ਵਾਪਰੀ। ਤੁਸੀਂ ਵਾਅਦਾ ਕੀਤਾ ਕਿ ਇਨਸਾਫ ਤੇ ਦਿਲਾਵਾਂਗੇ ਤੇ ਮੈਂ ਬ੍ਰਾਂਡ ਐਂਬੈਸਡਰ ਵੀ ਬਣਾਵਾਂਗੇ। ਨਹੀਂ ਲੱਗਦਾ ਕਿ ਪਰਿਵਾਰ ਨੂੰ, ਮਾਂ-ਬਾਪ ਨੂੰ ਵਿਆਹ ਤੋਂ ਜ਼ਿਆਦਾ ਜ਼ਰੂਰੀ ਆਪਣੇ ਬੱਚੇ ਨੂੰ ਸੈਲਫ ਇੰਡੀਪੈਂਡੈਂਟ ਕਰਨਾ ਚਾਹੀਦਾ ਹੈ? ਬਿਲਕੁਲ, ਦੇਖੋ ਬਹੁਤ ਇਹ ਵੱਡਾ ਬੜਾ ਸਮੱਸਿਆ ਮੈਸੇਜ ਹੈ। ਮੈਂ ਬਾਰ-ਬਾਰ ਕਿਉਂ ਕਹਿੰਨੀ ਆ ਸ਼ਾਦੀ ਨੂੰ ਸੈਕੰਡ ਪ੍ਰਾਇੋਰਟੀ ਰੱਖੋ, ਪਰ ਇਹ ਇਹਨਾਂ ਦੇਖੋ ਜਿਹੜੇ ਭੋਲੇ ਵਾਲੇ ਪਿੰਡਾਂ 'ਚ ਪੇਰੈਂਟਸ ਨੇ, ਇਹਨਾਂ ਤੱਕ ਪਹੁੰਚ ਹੀ ਨਹੀਂ ਹੈਗੀ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੂਮਨ ਕਮਿਸ਼ਨ ਦੇਖੋ ਜੀ ਕੋਈ ਬੋਡੀ ਹੈ, ਬੱਚੀ ਨੂੰ ਪਤਾ ਹੋਏਗਾ, ਮਾਂ ਨੂੰ ਨਹੀਂ ਪਤਾ ਹੋਏਗਾ। ਇਹ ਭੋਲੇ ਵਾਲੇ ਇਨੋਸੈਂਟ ਜਿਹੜੇ 4 ਭਰਾਵਾਂ ਦੀ ਇੱਕ ਕੱਲੀ ਬਹਿਨ ਨੇ, ਇੱਕ ਮਾਪਿਓ ਦਾ ਸੁਪਨਾ ਹੁੰਦਾ ਹੈ ਆਪਣੀ ਕੁੜੀ ਦਾ, ਧੀ ਦਾ ਵਿਆਹ ਕਰਨਾ ਪ੍ਰਾਇੋਰਟੀ ਹੁੰਦਾ ਹੈ ਕਿ ਸਾਡੀ ਧੀ ਖੁਸ਼ੀ ਰਵੇ। ਜਦੋਂ ਮੈਂ ਬਾਰ-ਬਾਰ ਕਹਿੰਨੀ ਆ ਪਿੰਡ ਚੋਂ ਕਿਸਾਨ ਆਪਣੀ ਫਸਲ ਵੱਢ ਕੇ ਲਿਆਂਦਾ ਹੈ ਤੇ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਔਲਾਦ ਨਾਲੋਂ ਵੀ ਫਸਲ ਨਾਲ ਹੁੰਦਾ ਹੈ ਕਿ ਮੇਰੀ ਫਸਲ ਵੇਚ ਕੇ ਘਰ 'ਚ ਖੁਸ਼ਹਾਲੀ ਆਏਗੀ। ਫਿਰ ਉਹਦੀ ਪ੍ਰਾਇੋਰਟੀ ਬੱਚੇ ਹੁੰਦੇ ਨੇ। ਐਸੇ ਤਰ੍ਹਾਂ ਹੀ ਹੈ ਮਾਪਿਓ ਦੀ ਕੱਲੀ ਧੀ ਤੇ ਇਹਨਾਂ ਨੂੰ ਇੱਕ ਨਿਯਮ ਕਾਨੂੰਨਾਂ ਦਾ ਜ਼ਿਆਦਾ ਨਹੀਂ ਪਤਾ। ਪਰ ਮੈਂ ਹੁਣ ਅੱਜ ਦੀ ਮਾਂ ਸੋਚਦੀ ਹੋਏਗੀ ਕਿ ਸ਼ਾਇਦ ਮੈਂ ਆਪਣੀ ਧੀ ਨੂੰ ਪੜਾਇਆ ਲਿਖਾਇਆ ਹੁੰਦਾ, ਚਾਹੇ ਜੋ ਹੋਣੀ ਨੇ ਕਰਨਾ ਸੀ ਕਰ ਗਈ, ਪਰ ਇੱਕ ਵਾਰੀ ਇੱਕ ਮਨ ਵਿੱਚ ਥੋਟ ਆਇਆ ਹੋਣਾ ਹੈ ਕਿ ਮੈਂ ਆਪਣੀ ਕੁੜੀ ਹੋਇਆ ਨੂੰ। ਕਿਆ ਸੀ ਮੈਮ ਜਿਹੜਾ ਪੂਰਾ ਮਾਮਲਾ ਸੀ? ਦੇਖੋ 1 ਮਹੀਨੇ ਦੀ ਸ਼ਾਦੀ ਸੀ, ਜੋ ਬੱਚੀ ਨੇ ਦੱਸਿਆ ਕਿ ਉਹ ਮੁੰਡਾ ਫਿਜ਼ੀਕਲੀ ਫਿਟ ਨਹੀਂ ਹੈਗਾ ਤੇ ਉਹਨੇ ਬੁਲਾਉਂਦੇ ਹੀ ਨਹੀਂ ਸੀਗੇ, ਉਹ ਬਿਲਕੁਲ ਵੀ ਬੁਲਾਉਂਦੇ ਨਹੀਂ ਸੀ। ਜੇ ਮੈਂ ਉਹਨਾਂ ਦੇ ਸਾਹਮਣੇ ਵੀ ਜਾਂਦੀ ਸੀਗੀ ਨਾ ਤੇ ਮੂੰਹ ਪਰੇ ਕਰਕੇ ਖੜੇ ਹੋ ਜਾਂਦੇ ਸੀਗੇ। ਜੇ ਹੱਥ ਵੀ ਇਦਾਂ ਲਗਾਉਂਦੀ ਸੀ ਨਾ, ਫਿਰ ਕਹਿੰਦੇ ਸੀਗੇ ਮੇਰੇ ਦਰਦ ਹੁੰਦਾ ਵਾ, ਤੇ ਕੰਨ ਦੇ ਵੀ ਇਦਾਂ ਮਤਲਬ ਲੜਕਾ। ਮੈਂ ਉਹਨਾਂ ਨੂੰ ਕਹਿੰਦੀ ਸੀ ਵੀ ਮੈਂ ਉਹਦੀ ਸਿਸਟਰ ਨੂੰ ਸਾਰਾ ਕੁਝ ਦੱਸਿਆ, ਮੈਂ ਕਿਹਾ ਦੀਦੀ ਇਹ ਤਾਂ ਇਦਾਂ ਕਰਦੇ ਆ ਜਿਵੇਂ ਕੁੜੀਆਂ ਕਰਦੀਆਂ ਹੁੰਦੀਆਂ ਵਾ। ਹਾਂਜੀ। ਤੇ ਤੁਹਾਨੂੰ ਪਹਿਲਾਂ ਪਤਾ ਨਹੀਂ ਚੱਲਿਆ ਸੀ ਤੁਸੀਂ ਰਿਸ਼ਤਾ ਕਰਿਆ ਸੀ? ਕਿਵੇਂ ਰਿਸ਼ਤਾ ਹੋਇਆ ਸੀ? ਕਿਵੇਂ ਸਾਰੀ ਚੀਜ਼ਾਂ ਤੁਸੀਂ ਪਹਿਲਾਂ ਕਦੀ ਗੱਲ ਕੀਤੀ ਸੀ? ਕਿਵੇਂ ਟਾਈਮ ਦਾ ਤੁਹਾਡਾ ਟਾਈਮ ਸੀ ਵਿਆਹ ਦਾ? ਦੇਖੋ 2 ਮਹੀਨੇ ਵਿੱਚ ਪਏ ਰਹੇ ਆ। ਮੈਂ ਕਹਾਂ ਉਹਨਾਂ ਨੇ ਕੋਈ ਮੈਨੂੰ ਫੋਨ ਨਹੀਂ ਕੀਤਾ, ਕੋਈ ਮੈਸੇਜ, ਕੋਈ ਮੇਰੇ ਨਾਲ ਕੰਟੈਕਟ ਨਹੀਂ ਸੀਗਾ। ਅੱਜਕੱਲ ਤੇ ਮੁੰਡੇ ਇੰਨੇ ਸ਼ਾਰਪ ਨੇ ਪਿੰਡਾਂ 'ਚ ਵਾਲੇ ਦਿਨ ਹੀ ਗੱਲ ਕੀਤੀ ਆ ਤੇ ਜਿਸ ਦਿਨ ਇੱਥੇ ਅੰਗੇਜਮੈਂਟ ਵੀ ਕਰਨਾ ਆ, ਬਹੁਤ ਜ਼ਿਆਦਾ ਮਤਲਬ ਉਹਨਾਂ ਨੇ ਬਿਲਕੁਲ ਸਮਾਈਲ ਨਹੀਂ ਪਾਸ ਕੀਤੀ, ਕੁਝ ਨਹੀਂ ਆ, ਕਿਸੇ ਨਾਲ ਨਹੀਂ ਬੁਲਾਇਆ ਤੇ ਮੇਰੇ ਨਾਲ ਵੀ ਮਤਲਬ ਕਿ ਮੇਰੇ ਵੱਲ ਵੀ ਨਹੀਂ ਦੇਖਿਆ ਉਹਨਾਂ ਨੇ ਤੇ ਚੁੱਪ ਕਰਕੇ ਬਸ ਬੈਠੇ ਰਹੇ ਆ। ਸਾਡੇ ਲੋਕ ਇੰਨਾ ਕਰਦੇ ਸੀਗੇ ਕਿ ਉਹ ਮੁੰਡਾ ਏਦਾਂ ਚੁੱਪ ਕਾਤੋਂ ਆ। ਜਦੋਂ ਤੁਸੀਂ ਘਰ ਦੋਨੇ ਆਪਸ ਵਿੱਚ ਹੁੰਦੇ ਸੀ, ਤੇਜ਼ਾਬ ਜਦੋਂ ਗੇਰਿਆ, ਕਿਆ ਹੋਇਆ ਕਿਆ ਸੀਗਾ? ਕੋਈ ਇਸ ਹੱਦ ਤੱਕ ਇਹ ਸਭ ਚੀਜ਼ਾਂ ਹੋ ਗਈਆਂ? ਮੈਮ ਉਹਨਾਂ ਨੇ ਮਤਲਬ ਜਦੋਂ ਮੈਂ ਆਪਣੇ ਪੇਰੈਂਟਸ ਨੂੰ ਦੱਸਦਾ ਸੀ ਨਾ ਇਸੀ ਗੱਲ ਦਾ, ਉਹਨਾਂ ਨੇ ਬਹੁਤ ਜ਼ਿਆਦਾ ਆਪਣਾ ਮਤਲਬ ਗੁੱਸਾ ਕਰ ਲਿਆ ਸੀਗਾ ਇਸ ਗੱਲ ਤੋਂ ਕਿ ਮੇਰੇ ਮਾਪਿਆਂ ਨੂੰ ਕਿਉਂ ਦੱਸਿਆ, ਤੂੰ ਆਪਣੇ ਮਾਪਿਆਂ ਨੂੰ ਕਿਉਂ ਦੱਸਿਆ ਇਹ ਗੱਲ ਦਾ, ਹਨਾ। ਤਾਂ ਕਰਕੇ ਉਹ ਕਹਿੰਦਾ ਵੀ ਮੈਂ ਤੈਨੂੰ ਵੀ ਨਹੀਂ ਛੱਡਣਾ, ਤੈਨੂੰ ਵੀ। ਫਿਜ਼ੀਕਲੀ ਫਿਟ ਨਹੀਂ ਸੀ ਨਾ, ਫਿਜ਼ੀਕਲੀ ਕਹਿੰਦੀ ਹੱਥ ਨਹੀਂ ਲਗਾਉਣ ਦਿੰਦਾ ਸੀ, ਹੱਥ ਰੱਖਦੀ ਸੀ ਤੇ ਬਸ ਚਲੋ ਹੁਣ ਤੁਸੀਂ ਨਾ ਬੇਟਾ ਰੋਣਾ ਨਹੀਂ, ਤੁਸੀਂ ਫਿਜ਼ੀਕਲੀ ਫਿਟ ਨਹੀਂ ਸੀ। ਦੇਖੋ ਇਹਦੇ ਮਾਪਿਓ ਵੀ ਪੂਰੀ ਤਰ੍ਹਾਂ ਦੋਸ਼ੀ ਨੇ, ਮੈਂ ਮੰਨਨੀ ਹਾਂ ਦੋਸ਼ੀ। ਕੁਝ ਬੱਚੀ ਨੇ ਦੱਸਿਆ